ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਇਹੀ ਜੇਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵਹੁ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ। ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ ਬੇਸੁਮਾਰ ਆਥਾਹ ਅਗਣਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ, ਦੋ ਜਹਾਨ ਦੇ ਵਾਲੀ, ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਬਹੁਤ ਵੱਡੇ ਭਾਗ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ, ਤਿੰਨਾਂ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇਲਾਹੀ ਬਾਣੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਸਤਿਗੁਰੂ ਜੀ ਦੇ ਲੜੀਵਾਰ ਪਾਵਨ ਪਵਿੱਤਰ ਮੁਖ ਵਾਕ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਣਾਂ ਦੇ ਪਵਿੱਤਰ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਨੇ। ਸੋ ਆਓ ਚੱਲ ਰਹੀ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਸਭ ਸੈ ਉੱਤਮ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸਭ ਤੋਂ ਪਹਿਲਾਂ ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਇਕ ਪਿਰ ਰਾਵਹਿ ਆਪਣਾ, ਹਉ ਕੈ ਦਰ ਪੁੱਛੋ ਜਾਏ। ਇਹ ਅੰਮ੍ਰਿਤਮਈ ਪਾਵਨ ਮੁਖ ਵਾਕ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਅੰਗ 38 ਤੇ ਸੁਭਾਇਮਾਨ ਹੈ। ਸ੍ਰੀ ਰਾਗ ਦੇ ਦੁਆਰਾ ਤੀਸਰੇ ਪਾਤਸ਼ਾਹ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਭੱਲਿਆਂ ਦੀ ਕੁਲ ਦੇ ਦੀਪਕ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ।
ਐਸੇ ਗਰੀਬ ਨਵਾਜ਼ ਸਤਿਗੁਰੂ ਜੀ ਦਾ ਇਹ ਅੰਮ੍ਰਿਤਮਈ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦਾ ਕੇਂਦਰੀ ਭਾਵ ਹੈ, ਮੁੰਦੇ ਤੂੰ ਚੱਲ ਗੁਰ ਕੈ ਭਾਏ, ਅਨੰਦਨ ਰਾਵਹਿ ਪਿਰ ਆਪਣਾ ਸਹਿਜੇ ਸੱਚ ਸਮਾਏ। ਕਿ ਐ ਜੀਵ ਰੂਪੀ ਇਸਤਰੀਏ, ਗੁਰੂ ਦੇ ਪ੍ਰੇਮ ਦੇ ਵਿੱਚ, ਗੁਰੂ ਦੇ ਭਾਏ ਦੇ ਵਿੱਚ ਚੱਲਣਾ ਚਾਹੀਦਾ ਹੈ, ਗੁਰੂ ਦੇ ਪਿਆਰ ਦੇ ਵਿੱਚ ਚੱਲਣਾ ਚਾਹੀਦਾ ਹੈ, ਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਜਿਹੜੀਆਂ ਜੀਵ ਰੂਪੀ ਇਸਤਰੀਆਂ ਦਿਨ ਰਾਤ ਪਤੀ ਪ੍ਰਮਾਤਮਾ ਮਾਲਕ ਨੂੰ ਯਾਦ ਕਰਦੀਆਂ ਨੇ, ਚੇਤੇ ਕਰਦੀਆਂ ਨੇ, ਮਾਲਕ ਪ੍ਰਭੂ ਪਰਮਾਤਮਾ ਦੇ ਪਿਆਰ ਰੰਗ ਦੇ ਵਿੱਚ ਜੁੜ ਕਰਕੇ ਆਤਮਿਕ ਅਡੋਲਤਾ ਦੇ ਵਿੱਚ ਸਦਾ ਸਮਾਈਆਂ ਰਹਿੰਦੀਆਂ ਨੇ, ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਐ ਜੀਵ ਰੂਪੀ ਇਸਤਰੀਏ, ਸਦਾ ਗੁਰੂ ਦੇ ਪਿਆਰ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਤੁਰਨਾ ਕਰ। ਸ਼ਬਦ ਦੀ ਆਰੰਭਤਾ ਪਾਤਸ਼ਾਹ ਕਰਦੇ ਨੇ ਕਿ ਇੱਕ ਪਿਰ ਰਾਮ ਹੈ ਆਪਣਾ। ਇੱਕ ਸ਼ਬਦ ਈੜੀ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਇੱਕ ਅਸੀਂ ਸ਼ਬਦ ਪੜ੍ਹਦੇ ਹਾਂ, ਈੜੀ ਸਿਹਾਰੀ ਤੇ ਕੱਕਾ ਇੱਕ। ਜਿਹੜੇ ਵੀਰ ਭੈਣਾਂ ਸਤਿਕਾਰਯੋਗ ਆਪ ਸਿੱਖ ਸੰਗਤ ਸਹਿਜ ਪਾਠ ਕਰਦੇ ਹੋ, ਇਹ ਦੋ ਪ੍ਰਕਾਰ ਦੇ ਨਾਲ ਜਦੋਂ ਪਾਠ ਆਪ ਜੀ ਪੜ੍ਹਦੇ ਹੋ ਤੇ ਈੜੀ ਸਿਹਾਰੀ ਤੇ ਕੱਕਾ ਇੱਕ ਸ਼ਬਦ ਜਦੋਂ ਆਉਂਦਾ ਹੈ, ਉਹਦਾ ਭਾਵ ਹੁੰਦਾ ਵੀ ਇੱਕ ਵਚਨ, ਇੱਕ ਨੂੰ ਸੰਬੋਧਨ ਹੈ। ਜਦੋਂ ਕੱਕੇ ਨੂੰ ਸਿਹਾਰੀ ਲੱਗ ਜਾਏ, ਇਹਦਾ ਭਾਵ ਹੁੰਦਾ ਬਹੁ ਵਚਨ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜੀਵ ਰੂਪੀ ਇਸਤਰੀਆਂ ਜਿਹੜੀਆਂ ਪ੍ਰਭੂ ਪਤੀ ਪਰਮਾਤਮਾ ਨੂੰ ਮਾਣਦੀਆਂ ਨੇ, ਜਪਦੀਆਂ ਨੇ, ਸਿਮਰਦੀਆਂ ਨੇ, ਮਾਲਕ ਦੇ ਪਿਆਰ ਰੰਗ ਦੇ ਵਿੱਚ ਭਿੱਜ ਕਰਕੇ ਰਹਿੰਦੀਆਂ ਨੇ, ਉਹਨਾਂ ਵੱਲ ਦੇਖ ਕਰਕੇ ਮੇਰੇ ਅੰਦਰ ਵੀ ਇੱਕ ਚਾਉ ਪੈਦਾ ਹੁੰਦਾ ਹੈ, ਤਾਂਘ ਪੈਦਾ ਹੁੰਦੀ ਹੈ ਕਿ ਕੈ ਦਰ ਪੁੱਛੋਂ ਜਾਏ, ਕਿ ਮੈਂ ਵੀ ਇਸ ਤਰ੍ਹਾਂ ਪਤੀ ਮਾਲਕ ਦੇ ਪਿਆਰ ਰੰਗ ਨੂੰ ਮਾਣਾ, ਪਰ ਕਿਹਨੂੰ ਜਾ ਕਰਕੇ ਪੁੱਛਣਾ ਕਰਾਂ ਵੀ ਮੈਂ ਪਤੀ ਮਾਲਕ ਨੂੰ ਕਿਵੇਂ ਮਾਣ ਸਕਦੀ ਹਾਂ, ਪ੍ਰਭੂ ਪਰਮਾਤਮਾ ਦੇ ਪਿਆਰ ਰੰਗ ਦੇ ਵਿੱਚ ਕਿਵੇਂ ਜੁੜ ਸਕਦੀ ਹਾਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੇਖ ਕੇ ਅੰਦਰ ਚਾਉ ਪੈਦਾ ਹੁੰਦਾ ਹੈ, ਤਾਂਘ ਪੈਦਾ ਹੁੰਦੀ ਹੈ। ਸੰਸਾਰਕ ਤਲ ਤੇ ਜਦੋਂ ਸੁਹਾਗ ਭਾਗ ਵਾਲੇ ਜੀਵ ਰੂਪੀ ਇਸਤਰੀ ਨੂੰ ਦੇਖਿਆ ਜਾਂਦਾ ਹੈ ਤੇ ਸਮੇਂ ਜਿਹੜੀ ਅਜੇ ਸੁਹਾਗ ਭਾਗ ਵਾਲੀ ਨਹੀਂ, ਉਹਦੇ ਅੰਦਰ ਵੀ ਚਾਉ ਪੈਦਾ ਹੁੰਦਾ ਹੈ। ਇਸੇ ਪ੍ਰਕਾਰ ਨਾਲ ਜਦੋਂ ਗੁਰੂ ਕੀ ਸੰਗਤ ਵਿੱਚ, ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ, ਮਾਲਕ ਦੀ ਕੀਰਤੀ ਕਰਨ ਵਾਲਿਆਂ ਦੀ ਸੰਗਤ ਵਿੱਚ ਜਦੋਂ ਗੁਰੂ ਕਾ ਪਿਆਰਾ ਆਉਂਦਾ ਹੈ, ਇੱਥੇ ਆ ਕਰਕੇ ਦੇਖਦਾ ਇੱਕ ਦੋ ਇੱਕ ਚੜ੍ਹੰਦੀਆਂ। ਇੱਥੇ ਕੋਈ ਘੰਟਾ, ਕੋਈ 2-2 ਘੰਟੇ, ਕੋਈ 4-4 ਘੰਟੇ ਚੌਂਕੜਾ ਮਾਰਨ ਵਾਲਾ ਹੈ, ਕੋਈ 5 ਬਾਣੀਆਂ, ਕੋਈ ਸੁਖਮਨੀ ਸਾਹਿਬ, ਕੋਈ ਆਸਾ ਕੀ ਵਾਰ ਦਾ ਅੰਮ੍ਰਿਤਮਈ ਪਾਵਨ ਬਾਣੀ ਦਾ ਪਾਠ ਕਰਨ ਵਾਲਾ ਹੈ। ਉਹਨਾਂ ਵੱਲ, ਗੁਰਮੁਖਾਂ ਵੱਲ ਦੇਖ ਦੇਖ ਕੇ ਚਾਉ ਪੈਦਾ ਹੁੰਦਾ ਹੈ, ਤਾਂਘ ਪੈਦਾ ਹੁੰਦੀ ਹੈ ਗੁਰਸਿੱਖ ਜੀਵ ਰੂਪੀ ਇਸਤਰੀ ਦੇ ਅੰਦਰ। ਪਰ ਪਾਤਸ਼ਾਹ ਕਹਿੰਦੇ ਨੇ ਕਿ ਕਿਹਦੇ ਦਰ ਤੇ ਜਾ ਕਰਕੇ ਜਾਂ ਕਿਸ ਨੂੰ ਪੁੱਛਣਾ ਕਰਾਂ ਕਿ ਮੇਰੇ ਅੰਦਰ ਵੀ ਐਸੀ ਪ੍ਰੀਤ ਬਣ ਜਾਏ, ਮੈਂ ਵੀ ਪਤੀ ਮਾਲਕ ਨੂੰ ਮਾਣ ਸਕਾਂ, ਉਹਦੇ ਮਿਲਾਪ ਆਨੰਦ ਨੂੰ ਪ੍ਰਾਪਤ ਕਰ ਸਕਾਂ। ਕਿਸ ਦੇ ਦਰ ਤੇ ਜਾ ਕਰਕੇ ਪੁੱਛਣਾ ਕਰਾਂ। ਸਤਿਗੁਰ ਸੇਵੀ ਭਾਉ ਕਰ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹਦੇ ਵਾਸਤੇ ਫਿਰ ਕਰਨਾ ਕੀ ਪਏਗਾ ਕਿ ਸਤਿਗੁਰ ਸੇਵੀ, ਗੁਰੂ ਦੇ ਰਾਹੀਂ ਪ੍ਰੇਮ ਭਾਵਨਾ ਦੇ ਨਾਲ ਭਾਉ ਕਰ, ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਸਿਮਰਨਾ ਕਰ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਮਾਲਕ ਦੀ ਕੀਰਤੀ ਵਿੱਚ ਜੁੜਨਾ ਕਰ। ਸਤਿਗੁਰ ਸੇਵੀ ਭਾਉ ਕਰ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਫਿਰ ਦੇਹੋ ਮਿਲਾਏ, ਮੈਨੂੰ ਪਤੀ ਮਾਲਕ ਦੇ ਨਾਲ ਮਿਲਾ ਦੇਣਾ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰ। ਸਭ ਉਪਾਏ ਆਪੇ ਵੇਖਾ, ਕਿਸ ਨੇੜਾ ਕਿਸ ਦੂਰ। ਕਿਉਂਕਿ ਜਿਹੜਾ ਪਤੀ ਮਾਲਕ ਪ੍ਰਭੂ ਪਰਮਾਤਮਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਤੇ ਕਿਸ ਨੇੜੇ ਕਿਸ ਦੂਰ, ਕਿਸੇ ਦੇ ਨੇੜੇ ਤੇ ਕਿਸੇ ਤੋਂ ਦੂਰ, ਭਾਵ ਕਿ ਸਾਰਿਆਂ ਦੇ ਵਿੱਚ ਇੱਕ ਸਮਾਨ ਹੋ ਕਰਕੇ ਵਰਤ ਰਿਹਾ ਹੈ।
ਪਾਤਸ਼ਾਹ ਕਹਿੰਦੇ ਐ ਜੀਵ ਰੂਪੀ ਇਸਤਰੀਏ, ਜੇ ਐਸੇ ਪਤੀ ਮਾਲਕ ਪ੍ਰਮਾਤਮਾ ਨੂੰ ਮੰਨਣਾ ਚਾਹੁੰਦੀ ਹੈ, ਉਹਦੇ ਮਿਲਾਪ ਰੰਗ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਤੇ ਗੁਰੂ ਦੇ ਹੁਕਮ ਦੇ ਅਨੁਸਾਰ ਗੁਰੂ ਦੇ ਪਿਆਰ ਦੇ ਵਿੱਚ ਜੁੜ ਕਰਕੇ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਨਾ ਕਰ। ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਪਤੀ ਮਾਲਕ ਪ੍ਰਮਾਤਮਾ ਨੂੰ ਅੰਗ ਸੰਗ ਜਾਣਿਆ, ਹਾਜ਼ਰ ਨਾਜ਼ਰ ਜਾਣਿਆ, ਉਹ ਸਦਾ ਹੀ ਮਾਲਕ ਦੇ ਹਜ਼ੂਰ ਹੋ ਕਰਕੇ ਪਤੀ ਮਾਲਕ ਦੇ ਪਿਆਰ ਰੰਗ ਨੂੰ ਮੰਨਦੀਆਂ, ਸਦਾ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੀਆਂ ਨੇ ਕਿ ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਉਹ ਮਾਲਕ ਨੂੰ ਇਉਂ ਨੇੜੇ ਜਾਣ ਕਰਕੇ ਸਦਾ ਪਿਆਰ ਰੰਗ ਦੇ ਵਿੱਚ ਰੰਗੀਆਂ ਰਹਿੰਦੀਆਂ ਨੇ ਕਿ ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਤੇ ਆਪਣੇ ਆਤਮਾ ਦੇ ਅੰਦਰ ਹੀ ਪਰਿਪੂਰਨ ਹੈ, ਕਿਤੇ ਬਾਹਰ ਦੂਰ ਨਹੀਂ, ਕਿਤੇ ਵੱਖ ਨਹੀਂ। ਇਉਂ ਜੀਵ ਰੂਪੀ ਇਸਤਰੀਆਂ ਗੁਰੂ ਦੇ ਰਾਹੀਂ ਮਾਲਕ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਵਾਹਿਗੁਰੂ ਦੇ ਪਿਆਰ ਰੰਗ ਦੇ ਵਿੱਚ ਭਿੱਜੀਆਂ ਰਹਿੰਦੀਆਂ ਨੇ। ਐਸੇ ਮਾਲਕ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਸਾਨੂੰ ਕੋਈ ਸੰਸਾਰ ਤੋਂ ਭਗੌੜਾ ਨਹੀਂ ਕੀਤਾ, ਕੋਈ ਪਰਿਵਾਰ ਤੋਂ ਭਗੌੜਾ ਨਹੀਂ ਕੀਤਾ, ਕੋਈ ਕਿਰਤ ਵਿਰਤ ਤੋਂ ਭਗੌੜਾ ਨਹੀਂ ਕੀਤਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਸਾਨੂੰ ਸਭ ਕਾਸੇ ਵਿੱਚ ਰਹਿੰਦਿਆਂ ਹੋਇਆਂ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਨ ਵਾਸਤੇ ਪ੍ਰੇਰਣਾ ਕੀਤੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਸਭ ਕਾਸੇ ਵਿੱਚ ਰਹਿ ਕਰਕੇ ਤੂੰ ਮਾਲਕ ਦੇ ਪਿਆਰ ਰੰਗ ਦੇ ਵਿੱਚ ਰੰਗਿਆ ਜਾ, ਮਾਲਕ ਦੇ ਪਿਆਰ ਰੰਗ ਦੇ ਵਿੱਚ ਜੁੜਨਾ ਕਰ। ਤੇ ਮਾਲਕ ਦੇ ਪਿਆਰ ਰੰਗ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਦੇ ਹੁਕਮ ਅਨੁਸਾਰ ਜੁੜਦੀਆਂ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਦਾ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਮਾਲਕ ਦੇ ਪਿਆਰ ਰੰਗ ਨੂੰ ਮੰਨਦੀਆਂ ਨੇ। ਸੂਫੀ ਫਕੀਰਾਂ ਨੇ ਬੜੇ ਪਿਆਰੇ ਬਚਨਾਂ ਦੇ ਰਾਹੀਂ ਇਹ ਸਾਨੂੰ ਸੂਝ ਬਖਸ਼ਿਸ਼ ਕੀਤੀ ਹੈ ਕਿ ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਐਸੇ ਮਾਲਕ ਪ੍ਰਭੂ ਪਰਮਾਤਮਾ ਨੂੰ ਦੇਖਣ ਵਾਸਤੇ ਪਾਵਨ ਬਾਣੀ ਨੇ ਬਚਨ ਸਾਡੀ ਝੋਲੀ ਪਾਏ ਨੇ ਕਿ ਸੇ ਅਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ। ਪਾਤਸ਼ਾਹ ਕਹਿੰਦੇ ਨੇ ਉਹ ਅੱਖਾਂ ਹੋਰ ਨੇ ਜਿਹਦੇ ਨਾਲ ਪਤੀ ਮਾਲਕ ਪਰਮਾਤਮਾ ਨੂੰ ਦੇਖਿਆ ਜਾਂਦਾ ਹੈ। ਉਹ ਅੱਖਾਂ ਨੇ ਗੁਰੂ ਦੇ ਗਿਆਨ ਦੀਆਂ ਅੱਖਾਂ, ਉਹ ਅੱਖਾਂ ਨੇ ਅਨੁਭਵ ਦੀਆਂ ਅੱਖਾਂ। ਜਿਵੇਂ ਸਾਨੂੰ ਫੁੱਲ ਦੀ ਸੁਗੰਧੀ ਬੜੀ ਪਿਆਰੀ ਲੱਗਦੀ ਹੈ ਜੀ, ਬਗੀਚੀ ਦੇ ਪਾਸ ਤੋਂ ਲੰਘਦਿਆਂ ਫੁੱਲ ਖਿੜੇ ਹੋਏ ਹੁੰਦੇ ਨੇ ਤੇ ਉਹਨਾਂ ਫੁੱਲਾਂ ਦੀ ਸੁਗੰਧੀ ਨੂੰ ਮਾਣ ਕਰਕੇ ਅਸੀਂ ਕਹਿੰਦੇ ਵਾਹ ਕਿਆ ਬਾਤ ਹੈ ਜੀ, ਇਹ ਫੁੱਲ ਦੀ ਸੁਗੰਧੀ ਬੜੀ ਪਿਆਰੀ ਹੈ। ਅਜੇ ਕਿ ਉਹ ਫੁੱਲ ਦੀ ਸੁਗੰਧੀ ਜਿਹੜੀ ਹੈ ਸਾਨੂੰ ਦਿਸੀ ਨਹੀਂ, ਅਸੀਂ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਦੇਖਿਆ ਨਹੀਂ, ਪਰ ਕੇਵਲ ਸਾਡੀਆਂ ਨਾਸਕਾਂ ਨੇ ਉਹਨੂੰ ਮਾਣਿਆ, ਅਨੁਭਵ ਕੀਤਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਾਲਕ ਪ੍ਰਭੂ ਪਰਮਾਤਮਾ ਨੂੰ ਕਣ ਕਣ ਦੇ ਅੰਦਰ ਅਨੁਭਵ ਕਰਨਾ ਹੈ। ਆਪਣੇ ਹਿਰਦੇ ਘਰ ਵਿੱਚੋਂ ਇਹ ਗੱਲ ਸ਼ੁਰੂ ਕਰਨੀ ਹੈ ਤੇ ਐਸੀਆਂ ਗੁਰੂ ਦੇ ਗਿਆਨ ਦੀਆਂ, ਗੁਰੂ ਦੇ ਅਨੁਭਵ ਦੀਆਂ ਅੱਖਾਂ ਲੈ ਕਰਕੇ ਉਸ ਪਤੀ ਮਾਲਕ ਪਰਮਾਤਮਾ ਨੂੰ ਦੇਖਣਾ। ਇਸ ਵਾਸਤੇ ਜਿਨ੍ਹਾਂ ਨੇ ਗੁਰੂ ਦੇ ਗਿਆਨ ਦੀਆਂ ਅੱਖਾਂ ਹਾਸਲ ਕੀਤੀਆਂ ਨੇ ਉਹ ਸਦਾ ਪਤੀ ਮਾਲਕ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਦਾ ਮਾਲਕ ਦੇ ਪਿਆਰ ਰੰਗ ਨੂੰ ਮੰਨਦੀਆਂ ਹਨ। ਮੁੰਦੇ ਤੂੰ ਚੱਲ ਗੁਰ ਕੈ ਭਾਏ। ਇਸ ਲਈ ਹੇ ਜੀਵ ਰੂਪੀ ਇਸਤਰੀਏ ਤੂੰ ਗੁਰੂ ਦੇ ਪਿਆਰ ਦੇ ਵਿੱਚ ਚੱਲਣਾ ਕਰ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਕਰ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਸੇਵਾ ਵਿੱਚ ਜਦੋਂ ਆ ਕੇ ਹਾਜ਼ਰ ਹੋਏ ਨਾ ਜੀ, ਉਹ ਦਿਨ ਤੋਂ ਬਾਅਦ ਕੋਈ ਕਿਸੇ ਪ੍ਰਕਾਰ ਦੇ ਨਾਲ ਕੋਈ ਹੀਲ ਹੋਜਤ, ਕੋਈ ਕਿੰਤੂ ਪਰੰਤੂ ਨਹੀਂ। ਗੁਰੂ ਦੇ ਹੁਕਮ ਅਨੁਸਾਰ ਜਿਵੇਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਨੇ 7 ਬਚਨ ਕਰਕੇ ਸੇਵਾ ਕਮਾਈ, ਉਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਨੇ ਦਿਨ ਤੇ ਰਾਤ ਇੱਕ ਕਰ ਦਿੱਤਾ ਗੁਰੂ ਕੀ ਸੇਵਾ ਵਾਸਤੇ। ਸਰੀਰ ਕਰਕੇ ਭਾਵੇਂ ਬਜ਼ੁਰਗ ਹੋ ਚੁੱਕੇ ਨੇ, ਪਰ ਆਤਮਿਕ ਤਲ ਤੇ ਗੁਰੂ ਨੇ ਐਸੀ ਬਲਵਾਨੀ ਬਖਸ਼ਿਸ਼ ਕੀਤੀ ਹੈ, ਐਸੀ ਜਵਾਨੀ ਬਖਸ਼ਿਸ਼ ਕੀਤੀ ਹੈ ਕਿ ਜਲ ਦੀ ਗਾਗਰ ਢੋਣੀ, ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾਉਣੀਆਂ,
ਗੁਰੂ ਕੀ ਸੰਗਤ ਦੀ ਸੇਵਾ ਕਮਾਉਣੀ, ਦਿਨ ਤੇ ਰਾਤ ਗੁਰੂ ਕੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਗੁਰੂ ਗੁਰੂ ਜਪਦੇ ਰਹਿਣਾ। ਇੱਥੋਂ ਤੱਕ ਜੀਵਾਂ ਨੇ ਦੇਖ ਕਰਕੇ ਕਬੂਲ ਵੀ ਬੋਲੇ ਸਨ ਕਿ ਇਹ ਟੁੱਕ ਬੁਰਕੀ ਵਾਸਤੇ ਕੁੜਮਾ ਜਮਾਂ ਦੇ ਧੱਕੇ ਖਾਂਦਾ ਪਿਆ। ਪਰ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਬੋਲਾਂ ਦੀ ਪਰਵਾਹ ਨਹੀਂ ਕੀਤੀ। ਇੱਕ ਰਸ ਗੁਰੂ ਕੀ ਸੇਵਾ ਦੇ ਵਿੱਚ ਜੁੜੇ ਰਹੇ, ਕਿਉਂਕਿ ਸਾਡੀ ਝੋਲੀ ਵਿੱਚ ਵੀ ਪਾਤਸ਼ਾਹ ਨੇ ਬਚਨ ਪਾਏ ਨੇ ਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜਿੱਥੇ ਸੇਵਾ ਗੁਰੂ ਕੀ ਸਫਲੀ ਹੈ, ਮਨ ਚਿਤ ਫਲ ਪ੍ਰਾਪਤ ਹੁੰਦੇ ਨੇ, ਹਉਮੈ ਦੂਰ ਹੁੰਦੀ ਹੈ, ਉੱਥੇ ਪਾਤਸ਼ਾਹ ਨੇ ਇੱਕ ਸੇਵਾ ਕਰਨ ਦਾ ਬੜਾ ਪਿਆਰਾ ਢੰਗ ਦਿੱਤਾ ਹੈ। ਬੜੀ ਪਿਆਰੀ ਇੱਕ ਨਾਲ ਸ਼ਰਤ ਰੱਖੀ ਹੈ। ਪਾਤਸ਼ਾਹ ਕਹਿੰਦੇ ਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਪਾਤਸ਼ਾਹ ਕਹਿੰਦੇ ਉਹ ਕੀਤੀ ਹੋਈ ਗੁਰੂ ਕੀ ਸੇਵਾ ਸਫਲੀ ਹੈ ਜੇ ਸੇਵਾ ਦੇ ਕਰਦਿਆਂ ਹੋਇਆਂ ਗੁਰੂ ਦਾ ਮਨ ਮੰਨ ਜਾਏ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ, ਗੁਰੂ ਦੀ ਪ੍ਰਸੰਨਤਾ ਮਿਲ ਜਾਏ। ਇਹ ਸੇਵਾ ਜਿਹੜੀ ਕਰਨੀ ਆ, ਸਿਮਰਨ ਕਰਨਾ ਹੈ, ਮਾਲਕ ਦੀ ਟੇਕ ਧਾਰਨ ਕਰਨੀ ਆ। ਪਾਤਸ਼ਾਹ ਕਹਿੰਦੇ ਕੇਵਲ ਦਿਖਾਵੇ ਮਾਤਰ ਨਹੀਂ, ਕੇਵਲ ਜੀਵਾਂ ਨੂੰ ਦਿਖਾਉਣ ਵਾਸਤੇ ਨਹੀਂ, ਇਹ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਮਾਉਣੀ ਆ, ਗੁਰੂ ਦੀ ਪ੍ਰਸੰਨਤਾ ਲੈਣੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਜਦੋਂ ਗੁਰੂ ਦਾ ਮਨ ਮੰਨ ਗਿਆ, ਸਾਰੇ ਪਾਪ ਵਿਘਨ ਇਤਿਆਦਿਕ ਨਾਸ ਹੋ ਜਾਂਦੇ ਨੇ, ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਪਾਤਸ਼ਾਹ ਨੇ ਤੁਰਟ ਕੇ ਦਾਤਾਂ ਦਿੱਤੀਆਂ ਸਨ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਤਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਇਤਿਆਦਿਕ 12 ਵਾਰ ਝੋਲੀ ਦੇ ਵਿੱਚ ਪਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤਖਤ ਦਾ ਵਾਰਸ ਬਣਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਕੀਤਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਐ ਜੀਵ ਰੂਪੀ ਇਸਤਰੀਏ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਕਰ। ਅਨ ਦਿਨ ਰਾਵਹਿ ਪਿਰ ਆਪਣਾ, ਸਹਜੇ ਸੱਚ ਸਮਾਏ। ਜਿਹੜੀਆਂ ਜੀਵ ਰੂਪੀ ਇਸਤਰੀਆਂ ਆਤਮਿਕ ਅਡੋਲਤਾ ਦੇ ਵਿੱਚ ਟਿਕ ਕਰਕੇ, ਮਾਲਕ ਦੇ ਪਿਆਰ ਰੰਗ ਦੇ ਵਿੱਚ ਜੁੜ ਕਰਕੇ ਦਿਨ ਰਾਤ ਪਤੀ ਮਾਲਕ ਪ੍ਰਮਾਤਮਾ ਨੂੰ ਸਿਮਰਦੀਆਂ ਨੇ, ਮੰਨਦੀਆਂ ਨੇ, ਐਸੀਆਂ ਜੀਵ ਰੂਪੀ ਇਸਤਰੀਆਂ ਸਦਾ ਸੱਚ ਦੇ ਵਿੱਚ ਸਮਾ ਜਾਂਦੀਆਂ ਨੇ। ਭਾਵ ਕਿ ਜਿਵੇਂ ਸ਼ਬਦ ਹੈ ਸਤ ਸੰਗਤ, ਤੇ ਸਤ ਸੰਗਤ ਤੋਂ ਭਾਵ, ਸਤ ਦਾ ਭਾਵ ਹੈ ਸੱਚ, ਸੰਗਤ ਸੰਗੀ, ਸੱਚ ਦਾ ਸੰਗੀ ਬਣਨਾ। ਤੇ ਰੋਜ਼ਾਨਾ ਜਿਹੜੀ ਸੰਗਤ ਕਰਦੇ ਆ ਗੁਰੂ ਕੀ, ਇਹ ਸੰਗਤ ਕਰਦਿਆਂ ਸਤ ਦੇ ਸੰਗੀ ਬਣ ਜਾਈਏ, ਗੁਰੂ ਦੇ ਸੰਗੀ ਬਣ ਜਾਈਏ। ਇਹ ਦੇਖਣਾ ਸੱਚ ਹੋ ਜਾਏ, ਸੁਣਨਾ ਸੱਚ ਹੋ ਜਾਏ, ਬੋਲਣਾ ਸੱਚ ਹੋ ਜਾਏ, ਬੈਠਣਾ ਉੱਠਣਾ ਸੱਚ ਹੋ ਜਾਏ, ਸੱਚ ਦਾ ਜੀਵਨ ਬਣ ਜਾਏ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਹੜੀ ਸਤ ਸੰਗਤ ਕਰਦੀਆਂ ਨੇ ਜੀਵ ਰੂਪੀ ਇਸਤਰੀਆਂ, ਉਹ ਪਤੀ ਮਾਲਕ ਦੇ ਵਿੱਚ ਹੀ ਸਮਾ ਜਾਂਦੀਆਂ ਨੇ, ਉਹਦਾ ਸਰੂਪ ਹੀ ਹੋ ਜਾਂਦੀਆਂ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ, ਜਿਉ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਇਂਦਾ। ਜਿਹੜੀਆਂ ਜੀਵ ਰੂਪੀ ਇਸਤਰੀਆਂ ਮਾਲਕ ਦੇ ਪਿਆਰ ਰੰਗ ਵਿੱਚ ਜੁੜ ਗਈਆਂ, ਪਾਤਸ਼ਾਹ ਕਹਿੰਦੇ ਮਾਲਕ ਦਾ ਸਰੂਪ ਹੋ ਗਈਆਂ। ਨਹੀਂ ਤਾਂ ਭਾਵੇਂ ਕਿੰਨਾ ਵੀ ਬਾਹਰੀ ਤੌਰ ਤੇ ਪਾਤਸ਼ਾਹ ਕਹਿੰਦੇ ਜੀਵ ਰੂਪੀ ਇਸਤਰੀ ਸ਼ਿੰਗਾਰ ਕਰ ਲਵੇ, ਜੇ ਪਤੀ ਮਾਲਕ ਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਨੂੰ ਸੱਤ ਕਰਕੇ ਨਹੀਂ ਮੰਨਿਆ, ਉਹਦੇ ਹੁਕਮ ਦੇ ਵਿੱਚ ਨਹੀਂ ਆਈ, ਐਸੇ ਸ਼ਿੰਗਾਰ ਕੀਤੇ ਹੋਏ ਕਿਸੇ ਕੰਮ ਨਹੀਂ ਆਉਂਦੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਐ ਜੀਵ ਰੂਪੀ ਇਸਤਰੀਏ ਧਿਆਨ ਦੇ, ਬਿਨ ਸ਼ਬਦ ਹੈ ਸੁਧ ਨਾ ਹੋਵਈ, ਜੇ ਅਨੇਕ ਕਰੇ ਸ਼ਿੰਗਾਰ, ਪਿਰ ਕੀ ਸਾਰ ਨਾ ਜਾਣਈ, ਦੂਜੇ ਭਾਏ ਪਿਆਰ। ਕਹਿੰਦੇ ਸ਼ਬਦ ਤੋਂ ਬਿਨਾਂ ਜੀਵਨ ਪਵਿੱਤਰ ਨਹੀਂ ਹੋ ਸਕਦਾ। ਗੁਰੂ ਦੇ ਹੁਕਮ ਦੇ ਵਿੱਚ ਚੱਲਣ ਤੋਂ ਬਿਨਾਂ, ਮਾਲਕ ਦੀ ਰਜ਼ਾ ਵਿੱਚ ਚੱਲਣ ਤੋਂ ਬਿਨਾਂ ਇਹ ਜੀਵਨ ਪਵਿੱਤਰ ਨਹੀਂ ਬਣ ਸਕਦਾ। ਭਾਵੇਂ ਅਨੇਕਾਂ ਸ਼ਿੰਗਾਰ ਤਨ ਤੇ ਕਰ ਲੈ, ਸੰਸਾਰਕ ਤਲ ਤੇ ਕਿੰਨੇ ਸ਼ਿੰਗਾਰ ਇਸਤਰੀ ਨੇ ਕੀਤੇ ਹੋਣ, ਤੇ ਜੇਕਰ ਪਤੀ ਮਾਲਕ ਸੇਜਾ ਤੇ ਨਹੀਂ ਆਇਆ, ਉਹ ਸ਼ਿੰਗਾਰ ਕੀਤੇ ਹੋਏ ਵਿਅਰਥ ਚਲੇ ਜਾਂਦੇ ਨੇ।
ਇਸੇ ਤਰ੍ਹਾਂ ਦਾਨ ਪੁੰਨ ਰੂਪੀ ਸ਼ਿੰਗਾਰ, ਸੇਵਾ ਸਿਮਰ ਰੂਪੀ ਸ਼ਿੰਗਾਰ ਜੀਵਨ ਦੇ ਵਿੱਚ ਕਰ ਲੈ ਤੇ ਜੇ ਪਤੀ ਮਾਲਕ ਪਰਮਾਤਮਾ ਦਾ ਪਿਆਰ ਨਹੀਂ ਮਿਲਿਆ, ਪਤੀ ਮਾਲਕ ਨੂੰ ਮਾਣਿਆ ਨਹੀਂ, ਉਹਦੀ ਹਜ਼ੂਰੀ ਪ੍ਰਾਪਤ ਨਾ ਹੋ ਸਕੇ ਤੇ ਪਾਤਸ਼ਾਹ ਕਹਿੰਦੇ ਜੀਵਨ ਕਦੀ ਪਵਿੱਤਰ ਨਿਰਮਲ ਨਹੀਂ ਹੋਏਗਾ। ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸ਼ਿੰਗਾਰ, ਪਿਰ ਕੀ ਸਾਰ ਨਾ ਜਾਣਈ, ਦੂਜੈ ਭਾਏ ਪਿਆਰ। ਐਸੀ ਜੀਵ ਰੂਪੀ ਇਸਤਰੀ ਪਤੀ ਮਾਲਕ ਪਰਮਾਤਮਾ ਦੀ ਸਾਰ ਕਦਰ ਨਹੀਂ ਜਾਣਦੀ, ਕਿਉਂਕਿ ਉਹਦਾ ਦਵੈਤ ਭਾਵਨਾ ਦੇ ਵਿੱਚ ਪਿਆਰ ਪਿਆ ਹੋਇਆ ਹੈ। ਇੱਕ ਮਾਲਕ ਦੇ ਪਿਆਰ ਨੂੰ ਛੱਡ ਕੇ ਹੋਰ ਹੋਰ ਪਿਆਰ ਦੇ ਵਿੱਚ ਰੰਗੀ ਹੋਈ ਹੈ। ਤੇ ਜਿਹੜੀ ਐਸੀ ਜੀਵ ਰੂਪੀ ਇਸਤਰੀ ਹੈ ਨਾ ਜੀ, ਇਹਦਾ ਪਤੀ ਮਾਲਕ ਨਾਲ ਪਿਆਰ ਨਹੀਂ, ਦਵੈਤ ਭਾਵਨਾ ਵਿੱਚ ਪਿਆਰ ਪਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਸਾਕ ਸੁਧ ਸਾਕ ਕੁਲੱਖਣੀ, ਨਾਨਕ ਨਾਰੀ ਵਿੱਚ ਕੁਨਾਰ। ਕਹਿੰਦੇ ਐਸੀ ਜੀਵ ਰੂਪੀ ਇਸਤਰੀ ਜਿਹੜੀ ਹੈ ਅਪਵਿੱਤਰ ਜੀਵਨ ਵਾਲੀ ਹੈ। ਸਾਕ ਸੁਧ ਸਾਕ ਕੁਲੱਖਣੀ, ਕਹਿੰਦੇ ਖੋਟੇ ਲੱਛਣਾਂ ਵਾਲੀ ਹੈ। ਨਾਨਕ ਨਾਰੀ ਵਿੱਚ ਕੁਨਾਰ, ਇਸਤਰੀਆਂ ਦੇ ਵਿੱਚੋਂ ਭੈੜੀ ਇਸਤਰੀ ਆਖੀ ਜਾਂਦੀ ਹੈ ਜਿਹੜੇ ਪਤੀ ਮਾਲਕ ਪਰਮਾਤਮਾ ਦੀ ਕਦਰ ਨਹੀਂ ਜਾਣਦੀ, ਸਾਰ ਨਹੀਂ ਜਾਣਦੀ, ਇੱਕ ਦੇ ਪਿਆਰ ਨੂੰ ਛੱਡ ਕੇ ਹੋਰ ਹੋਰ ਪੂਜਾ ਦੇ ਵਿੱਚ ਲੱਗੀ ਹੋਈ, ਹੋਰ ਹੋਰ ਪਿਆਰ ਦੇ ਵਿੱਚ ਜੁੜੀ ਹੋਈ ਹੈ। ਪਾਤਸ਼ਾਹ ਕਹਿੰਦੇ ਐਸੀ ਜੀਵ ਰੂਪੀ ਇਸਤਰੀ ਕਦੀ ਪਤੀ ਮਾਲਕ ਦੇ ਪਿਆਰ ਅੰਗ ਨੂੰ ਨਹੀਂ ਮੰਨ ਸਕਦੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀਏ ਪਤੀ ਮਾਲਕ ਦੇ ਹੁਕਮ ਦੇ ਵਿੱਚ ਪਿਆਰ ਅੰਗ ਦੇ ਵਿੱਚ ਚੱਲ। ਜਿਹੜੀਆਂ ਜੀਵ ਰੂਪੀ ਇਸਤਰੀਆਂ ਦਿਨ ਰਾਤ ਪਤੀ ਮਾਲਕ ਨੂੰ ਮੰਨਦੀਆਂ ਨੇ, ਆਤਮਕ ਅਡੋਲਤਾ ਵਿੱਚ ਕਰਕੇ ਸੱਚ ਦੇ ਵਿੱਚ ਸਮਾ ਜਾਂਦੀਆਂ ਹਨ। ਰਹਾਉ ਵਿਸਰਾਮ ਦੇ ਕਰਕੇ ਪਾਤਸ਼ਾਹ ਉਚਾਰਨ ਕਰਦੇ ਹਨ। ਸ਼ਬਦ ਰਤੀਆ ਸੁਹਾਗਣੀ, ਸੱਚਾ ਸ਼ਬਦ ਸਿੰਗਾਰ। ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਸ਼ਬਦ ਦੇ ਵਿੱਚ ਰੰਗੀਆਂ ਗਈਆਂ, ਉਹ ਭਾਗਾਂ ਵਾਲੀਆਂ ਹੋ ਗਈਆਂ, ਸੁਹਾਗਣੀਆਂ ਬਣ ਗਈਆਂ। ਪਾਤਸ਼ਾਹ ਕਹਿੰਦੇ ਨੇ ਸੱਚੇ ਸ਼ਬਦ ਦੇ ਵਿੱਚ ਜੁੜ ਕਰਕੇ ਉਹਨਾਂ ਨੇ ਸੱਚਾ ਸ਼ਿੰਗਾਰ ਕਰ ਲਿਆ, ਕਿਉਂਕਿ ਬਾਹਰੀ ਸ਼ਿੰਗਾਰ ਜਿਹੜੇ ਨੇ ਪਿਆਰਿਓ ਕੀਤੇ ਨੇ ਤੇ ਉਤਰ ਜਾਂਦੇ ਨੇ, ਕੀਤੇ ਨੇ ਤੇ ਉਤਰ ਜਾਂਦੇ ਨੇ, ਦੁਬਾਰਾ ਕਰਨੇ ਪੈਂਦੇ ਨੇ। ਪਰ ਆਹ ਜਿਹੜਾ ਸ਼ਬਦ ਦਾ ਸ਼ਿੰਗਾਰ ਹੈ, ਮਾਲਕ ਦੇ ਪਿਆਰ ਰੰਗ ਦਾ ਸ਼ਿੰਗਾਰ ਹੈ, ਇਹ ਜੀਵਨ ਵਿੱਚ ਇੱਕ ਵਾਰੀ ਸ਼ਿੰਗਾਰ ਕਰ ਲਿਆ, ਦੁਬਾਰਾ ਕਰਨ ਦੀ ਇਹਨੂੰ ਲੋੜ ਨਹੀਂ ਪੈਂਦੀ, ਇਹ ਉਤਰਦਾ ਨਹੀਂ। ਇਹ ਐਸਾ ਸ਼ਿੰਗਾਰ ਹੈ, ਇਹ ਚਰਖੜੀਆਂ ਤੇ ਚੜ ਕਰਕੇ ਵੀ ਨਹੀਂ ਉਤਰਦਾ। ਇਹ ਐਸਾ ਸ਼ਿੰਗਾਰ ਹੈ ਬੰਦ ਕਟਾ ਕੇ ਵੀ ਉਤਰਦਾ ਨਹੀਂ। ਇਹ ਐਸਾ ਸ਼ਿੰਗਾਰ ਹੈ ਭੱਠੀਆਂ ਦੇ ਵਿੱਚ ਝੋਕ ਕਰਕੇ ਵੀ ਉਤਰਦਾ ਨਹੀਂ। ਇਹ ਐਸਾ ਸ਼ਿੰਗਾਰ ਹੈ ਸਰੀਰ ਦਾ ਬੰਦ ਕਟਿਆ ਜਾਵੇ ਤਾਂ ਵੀ ਇਹ ਸ਼ਿੰਗਾਰ ਉਤਰਦਾ ਨਹੀਂ। ਉਸੇ ਤਰ੍ਹਾਂ ਪਤੀ ਮਾਲਕ ਪਿਆਰ ਅੰਗ ਦੇ ਵਿੱਚ ਜੀਵ ਰੂਪੀ ਇਸਤਰੀਆਂ ਮਾਲਕ ਦੇ ਪਿਆਰੇ ਰੰਗੇ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਸ਼ਬਦ ਵਿੱਚ ਰਤੀਆਂ ਗਈਆਂ, ਉਹ ਭਾਗਾਂ ਵਾਲੀਆਂ ਹੋ ਗਈਆਂ। ਸੱਚੇ ਸ਼ਬਦ ਦੇ ਵਿੱਚ ਜੁੜ ਕਰਕੇ ਉਹਨਾਂ ਨੇ ਸ਼ਿੰਗਾਰ ਕਰ ਲੈਣਾ ਕੀਤਾ। ਹਰ ਵਾਰ ਪਾਇਨ ਘਰ ਆਪਣਾ, ਗੁਰ ਕੈ ਹੇਤ ਪਿਆਰ। ਤੇ ਗੁਰੂ ਦੇ ਪਿਆਰ ਦੇ ਵਿੱਚ, ਗੁਰੂ ਦੇ ਹਿੱਤ ਦੇ ਵਿੱਚ ਜੁੜ ਕਰਕੇ ਉਹਨਾਂ ਨੇ ਆਪਣੇ ਪਤੀ ਮਾਲਕ ਪ੍ਰਭੂ ਪਰਮਾਤਮਾ ਨੂੰ ਹਿਰਦੇ ਘਰ ਵਿੱਚੋਂ ਹੀ ਪ੍ਰਾਪਤ ਕਰ ਲਿਆ। ਬਾਹਰ ਉਹਨਾਂ ਨੂੰ ਭਟਕਣ ਦੀ ਲੋੜ ਨਹੀਂ ਪਈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਪਾਤਸ਼ਾਹ ਕਹਿੰਦੇ ਨੇ ਹਿਰਦੇ ਘਰ ਵਿੱਚ ਪਤੀ ਮਾਲਕ ਬੈਠਾ ਹੈ, ਪਰ ਜੀਵ ਰੂਪੀ ਇਸਤਰੀ ਦੀ ਗੁਰੂ ਤੋਂ ਬਿਨਾ ਬਦਕਿਸਮਤੀ ਹੈ ਕਿ ਇੱਕੋ ਸੇਜਾਂ ਤੇ ਹੁੰਦਿਆਂ ਹੋਇਆਂ ਪਤੀ ਮਾਲਕ ਦੇ ਪਿਆਰ ਅੰਗ ਨੂੰ, ਮਿਲਾਪ ਨੂੰ, ਉਹਦੀ ਕਦਰ ਨੂੰ, ਸਾਰ ਨੂੰ ਨਹੀਂ ਜਾਣ ਸਕਦੀ। ਇਹ ਗੁਰੂ ਮਾਲਕ ਕਿਰਪਾ ਕਰਕੇ ਦ੍ਰਿੜ ਕਰਾਉਂਦਾ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਮਨਾ ਤੂੰ ਮਾਲਕ ਦੀ ਅੰਸ਼ ਹੈ, ਮਾਲਕ ਦੀ ਜੋਤ ਹੈ, ਮਾਲਕ ਹਰੀ ਪ੍ਰਮਾਤਮਾ ਤੇਰੇ ਤੋਂ ਵੱਖ ਨਹੀਂ ਆ। ਤੂੰ ਆਪਣੇ ਹਿਰਦੇ ਘਰ ਵਿੱਚ ਝਾਤ ਮਾਰ ਦੇਖ, ਬਾਹਰ ਭਾਲਣ ਦੀ ਲੋੜ ਨਹੀਂ। ਇਸੇ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨੇ, ਫਰੀਦਾ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੈ। ਜੰਗਲ ਵਿੱਚ ਕੀ ਭਾਲਦਾ ਫਿਰਦਾ ਹੈ, ਕੀ ਢੂੰਡਦਾ ਫਿਰਦਾ ਹੈ? ਹਰੀ ਮਾਲਕ ਪਤੀ ਪਰਮਾਤਮਾ ਤੇ ਹਿਰਦੇ ਘਰ ਵਿੱਚ ਹੀ ਹੈ। ਸਾਈਂ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ, ਪਰ ਤੇਰੀ ਦੇਖਣ ਵਾਲੀ
ਅੱਖ ਨਹੀਂ। ਜੋ ਪਹਿਲਾਂ ਬੇਨਤੀ ਕੀਤੀ ਉਹੀ ਹੈ ਕਿ ਦੇਖਣ ਵਾਲੀ ਜਿਹੜੀ ਅੱਖ ਹੈ ਨਾ ਜੀ, ਇਹ ਅਨੁਭਵ ਦੀ ਗੁਰੂ ਦੇ ਗਿਆਨ ਦੀ ਅੱਖ ਪ੍ਰਾਪਤ ਕਰਨੀ ਆ। ਜਿੱਦਣ ਇਹ ਅਨੁਭਵ ਦੀ ਗਿਆਨ ਦੀ ਅੱਖ ਪ੍ਰਾਪਤ ਹੋ ਗਈ, ਉਹ ਦਿਨ ਹਿਰਦੇ ਘਰ ਵਿੱਚੋਂ ਪਤੀ ਮਾਲਕ ਦੀ ਪ੍ਰਾਪਤੀ ਹੋ ਜਾਏਗੀ। ਉਹ ਦਿਨ ਅੰਦਰੋਂ ਹੀ ਮਾਲਕ ਦੀ ਜੋਤ ਦੀ ਸਮਝ ਆ ਜਾਏਗੀ। ਤੇ ਜਿੱਦਣ ਆਪਣੇ ਅੰਦਰੋਂ ਮਾਲਕ ਦੀ ਜੋਤ ਅਨੁਭਵ ਹੋ ਗਈ, ਉਹ ਦਿਨ ਪਿਤਾ ਦੇ ਅੰਦਰ ਵੀ ਮਾਲਕ ਦੀ ਜੋਤ, ਮਾਂ ਅੰਦਰ ਵੀ ਮਾਲਕ ਦੀ ਜੋਤ, ਉਹ ਦਿਨ ਪਤੀ ਤੇ ਪਤਨੀ ਅੰਦਰ ਵੀ ਮਾਲਕ ਦੀ ਜੋਤ, ਉਹ ਦਿਨ ਭੈਣ ਤੇ ਭਰਾ ਦੇ ਅੰਦਰ ਵੀ ਮਾਲਕ ਦੀ ਜੋਤ, ਉਹ ਦਿਨ ਸਮੁੱਚੀ ਮਾਨਵਤਾ ਸਮਾਜ ਦੇ ਅੰਦਰ ਨਿਰੰਕਾਰ ਦੀ ਇੱਕ ਜੋਤ ਦਿਖਾਈ ਦੇਵੇਗੀ ਕਿ ਅਵਲਹ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਦਿਨ ਫਿਰ ਕੋਈ ਪੱਖਬਾਦ ਨਹੀਂ ਰਹਿ ਜਾਏਗਾ, ਉਹ ਦਿਨ ਕੋਈ ਭੇਦ ਭਾਵ ਨਹੀਂ ਰਹਿ ਜਾਏਗਾ। ਉਹ ਦਿਨ ਸਮੁੱਚੀ ਮਾਨਵਤਾ ਦੇ ਜੀਵ ਇੱਕ ਨਿਰੰਕਾਰ ਦੀ ਜੋਤ ਦਿਖਾਈ ਦੇਣਗੇ। ਜਿਸ ਦਿਨ ਆਪਣੇ ਅੰਦਰੋਂ ਜੋਤ ਅਨੁਭਵ ਹੋ ਗਈ, ਤੇ ਜੇ ਆਪਣੇ ਅੰਦਰ ਜੋਤ ਅਨੁਭਵ ਨਹੀਂ ਹੋਈ ਤੇ ਦੂਜਿਆਂ ਅੰਦਰ ਕਦੇ ਵੀ ਰੱਬ ਨਹੀਂ ਦੇਖ ਸਕਦੇ, ਦੂਜਿਆਂ ਅੰਦਰ ਕਦੇ ਵੀ ਪ੍ਰਮਾਤਮਾ ਦੀ ਜੋਤ ਦਿਖਾਈ ਨਹੀਂ ਦੇਵੇਗੀ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਗੁਰੂ ਦੇ ਪਿਆਰ ਵਿੱਚ ਜੁੜ ਕਰਕੇ ਆਪਣੇ ਹਰੀ ਮਾਲਕ ਪ੍ਰਮਾਤਮਾ ਨੂੰ ਹਿਰਦੇ ਘਰ ਵਿੱਚੋਂ ਹੀ ਪ੍ਰਾਪਤ ਕਰ ਲੈਣਾ ਕੀਤਾ। ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ। ਉਹਨਾਂ ਦੀ ਸੇਜਾ ਸੁਹਾਵਣੀ ਹੋ ਗਈ। ਉਹ ਹਰੀ ਮਾਲਕ ਦੇ ਪਿਆਰ ਰੰਗ ਦੇ ਵਿੱਚ ਰੰਗੀਆਂ ਗਈਆਂ ਪਤੀ ਮਾਲਕ ਨੂੰ ਮੰਨਦੀਆਂ ਨੇ। ਭਗਤੀ ਦੇ ਭੰਡਾਰੇ ਭਰੇ ਪਏ ਨੇ ਐਸੇ ਮਾਲਕ ਪ੍ਰਭੂ ਪਰਮਾਤਮਾ ਦੇ ਪਿਆਰ ਦੇ। ਉਹਨਾਂ ਜੀਵ ਰੂਪੀ ਇਸਤਰੀਆਂ ਦੇ ਜੀਵਨ ਦੇ ਵਿੱਚ ਮਹਾਨ ਭਗਤੀ ਦਾ ਭੰਡਾਰਾ ਬਣ ਜਾਂਦਾ ਹੈ। ਉਹ ਆਪ ਵੀ ਇਸ ਆਤਮਿਕ ਆਨੰਦ ਨੂੰ ਮਾਣਦੀਆਂ ਨੇ, ਹੋਰਨਾਂ ਵਿੱਚ ਵੀ ਵਰਤਾਉਂਦੀਆਂ ਨੇ। ਇਹਦੇ ਵਿੱਚ ਕਦੀ ਘਾਟਾ ਤੇ ਕਦੀ ਤੋਟਾ ਨਹੀਂ ਆਉਂਦਾ ਕਿ ਗੁਰੂ ਸੋਝੀ ਦੇ ਦਿੰਦਾ। ਇਹ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਉਹ ਆਪ ਵੀ ਜਪਦੇ ਨੇ, ਹੋਰਨਾਂ ਨੂੰ ਵੀ ਜਪਾਉਂਦੇ ਹਨ। ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸੈ ਦੇ ਆਧਾਰ। ਇਹ ਭਾਈ, ਜਿਸ ਮਾਲਕ ਦੇ ਭਗਤੀ ਦੇ ਭੰਡਾਰੇ ਭਰੇ ਪਏ ਨੇ, ਸੋ ਪ੍ਰਭੂ ਪਰਮਾਤਮਾ ਪਿਆਰਾ ਮਨ ਵਿੱਚ ਹੀ ਵਸਦਾ ਹੈ, ਜੋ ਸਾਰਿਆਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ, ਸਾਰਿਆਂ ਦਾ ਕਰਤਾ ਧਰਤਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਪਿਰਸਾ ਲਾਹਣ ਆਪਣਾ, ਤਿਨ ਕੈ ਹਉ ਸਦ ਬਲਹਾਰ ਜਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਭਾਈ, ਜਿਹੜੀਆਂ ਜੀਵ ਰੂਪੀ ਇਸਤਰੀਆਂ, ਜਿਹੜੇ ਮਾਲਕ ਪ੍ਰਭੂ ਪਰਮਾਤਮਾ ਦੇ ਪਿਆਰੇ ਆਪਣੇ ਪਤੀ ਮਾਲਕ ਪਰਮਾਤਮਾ ਦੀ ਸੁਲਭਤਾ ਕਰਦੇ ਨੇ, ਸਿਫਤ ਸਲਾਹ ਕਰਦੇ ਨੇ, ਭਾਵ ਮਾਲਕ ਦੀਆਂ ਵਡਿਆਈਆਂ ਵਿੱਚ ਜੁੜਦੇ ਨੇ, ਤਿੰਨ ਕਹਿ ਹਉ ਸਦ ਬਲਹਾਰੇ ਜਾਉ। ਕਹਿੰਦੇ ਮੈਂ ਸਦਾ ਉਹਨਾਂ ਤੋਂ ਬਲਹਾਰੇ ਜਾਣਾ, ਕੁਰਬਾਨ ਜਾਣਾ, ਵਾਰਨੇ ਜਾਣਾ ਚਾਹੀਦਾ। ਪਿਆਰਿਓ, ਨਾਮ ਜਪਣ ਵਾਲਿਆਂ ਤੋਂ ਸਦਕੇ ਹੋਣਾ ਚਾਹੀਦਾ, ਨਾਮ ਜਪਾਉਣ ਵਾਲਿਆਂ ਤੋਂ ਸਦਕੇ ਹੋਣਾ ਚਾਹੀਦਾ, ਨਾਮ ਜਪਣ ਵਾਲਿਆਂ ਦਾ ਸਤਿਕਾਰ ਤੇ ਸਨਮਾਨ ਕਰਨਾ ਚਾਹੀਦਾ। ਇਹ ਗੁਰੂ ਬਾਬੇ ਨੇ ਸਿਖਾਇਆ ਹੈ। ਇੱਕੋ ਸਾਡਾ ਸਾਰਿਆਂ ਦਾ ਪ੍ਰਭੂ ਪਿਤਾ ਪਰਮਾਤਮਾ ਹੈ, ਪਰ ਉਹਦੇ ਜਪਣ ਵਾਲੇ ਤੇ ਉਹਦੇ ਜਪਾਉਣ ਵਾਲੇ ਜਿਹੜੇ ਨੇ ਸਤਿਕਾਰਯੋਗ ਨੇ, ਸਨਮਾਨਯੋਗ ਨੇ। ਗੁਰੂ ਮਾਲਕ ਨੇ ਆਪ ਸਾਡੇ ਤੇ ਕਿਰਪਾ ਕਰਕੇ ਐਸਾ ਸਨਮਾਨ ਸਿਖਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪ ਜੀ ਬਚਨ ਪੜ੍ਹਦੇ ਸੁਣਦੇ ਹੋ। ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਮੈਂ ਉਸ ਗੁਰਸਿੱਖ ਦੀ ਧੂੜ ਮੰਗਦਾ, ਉਸ ਗੁਰਸਿੱਖ ਤੋਂ ਬਲਹਾਰ ਸਦਕੇ ਕੁਰਬਾਨ ਜਾਣਾ। ਕਿਹੜੇ ਗੁਰਸਿੱਖ ਤੋਂ? ਜੋ ਆਪ ਜਪੈ ਅਵਰਾ ਨਾਮ ਜਪਾਵੇ, ਜੋ ਆਪ ਜਪਦੇ ਤੇ ਹੋਰਨਾਂ ਨੂੰ ਵੀ ਜਪਾਉਂਦਾ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ ਨਾਮ ਜਪਣ ਵਾਲਿਆਂ ਦਾ ਜੀਵਨ ਹੈ। ਇਹ ਵਾਹਿਗੁਰੂ ਦੀ ਕੀਰਤੀ ਕਰਨ ਵਾਲਿਆਂ ਦਾ ਜੀਵਨ ਹੈ ਕਿ ਉਹ ਮਾਲਕ ਦੇ ਪਿਆਰਿਆਂ ਦਾ ਸਨਮਾਨ ਤੇ ਸਤਿਕਾਰ ਕਰਦੇ ਨੇ, ਉਹਨਾਂ ਤੋਂ ਬਲਹਾਰੇ ਤੇ ਸਦਕੇ ਜਾਂਦੇ ਨੇ। ਮੈਂ ਬੇਨਤੀ ਕਰਾਂ, ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਵੱਡੇ ਫਰਜ਼ੰਦ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਜਨਮ ਦਿਹਾੜਾ ਹੈ।
ਸਮੁੱਚੀ ਮਾਨਵਤਾ ਨੂੰ, ਸਮੁੱਚੀ ਸਿੱਖ ਸੰਗਤ ਨੂੰ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ, ਜਿਨ੍ਹਾਂ ਤੋਂ ਉਦਾਸੀ ਸੰਪਰਦਾ ਆਰੰਭ ਹੋਈ, ਜੋ ਬੈਰਾਗ ਉਪਰਾਮਤਾ ਦੀ ਮੂਰਤ ਨੇ ਬਾਬਾ ਸ੍ਰੀ ਚੰਦ ਸਾਹਿਬ, ਜਿਨ੍ਹਾਂ ਦੇ ਸਤਿਕਾਰ ਤੇ ਸਨਮਾਨ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਵੀ ਆਪ ਆਪਣੇ ਜੀਵਨ ਕਾਲ ਦੇ ਅੰਦਰ ਬੜਾ ਸਤਿਕਾਰ ਤੇ ਸਨਮਾਨ ਕੀਤਾ ਮਹਾਨ ਇਸ ਹਸਤੀ ਦਾ। ਔਰ ਸੰਸਾਰ ਭਰ ਦੇ ਅੰਦਰ, ਸਮੁੱਚੀ ਮਾਨਵਤਾ ਦੇ ਅੰਦਰ ਪੂਜਨੀਕ ਮਹਾਂਪੁਰਖ ਬਾਬਾ ਸ੍ਰੀ ਚੰਦ ਸਾਹਿਬ ਜੀ ਹੋਏ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਸਿਧਾਂਤ ਨੂੰ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਆਸੇ ਨੂੰ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਮਿਸ਼ਨ ਨੂੰ ਹਰ ਥਾਂ ਤੇ ਜਾ ਕਰਕੇ ਉਸੇ ਤਰ੍ਹਾਂ ਦੇ ਨਾਲ ਅੱਗੇ ਤੋਰਿਆ, ਜੀਵਨ ਦੇ ਵਿੱਚ ਨਾਮ ਜਪਣ ਦੀ ਪ੍ਰੇਰਣਾ ਕੀਤੀ। ਜਿੱਦਣ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਘਰ ਵਿੱਚ ਬਾਬਾ ਸ੍ਰੀ ਚੰਦ ਸਾਹਿਬ ਜੀ ਸੁਭਾਵਕ ਆਉਂਦੇ ਨੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤ ਸਰੋਵਰਾਂ ਦੀ ਸੇਵਾ ਕਰਾ ਰਹੇ ਨੇ, ਤੇ ਜਦੋਂ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਕੇ ਸੁਪੁੱਤਰ ਆ ਰਹੇ ਨੇ, ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਆਉਂਦਿਆਂ ਹੋਇਆਂ ਦੇਖ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਉੱਠ ਕੇ ਖੜੇ ਹੋਏ। ਸਿੱਖ ਸੰਗਤ ਬੜੀ ਹੈਰਾਨ ਸੀ ਵੀ ਇਹ ਕੌਣ ਆ ਰਿਹਾ ਹੈ ਜਿਹਦਾ ਇੰਨਾ ਸਨਮਾਨ ਤੇ ਸਤਿਕਾਰ ਕਰਨ ਵਾਸਤੇ ਸਤਿਗੁਰੂ ਜੀ ਉੱਠ ਖੜੋਤੇ ਨੇ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਮਿਲੇ, ਸਿੱਖ ਸੰਗਤ ਜਿਨ੍ਹਾਂ ਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਨੇ, ਉਹਨਾਂ ਦਾ ਭਾਵਨਾ ਦੇ ਨਾਲ ਸੀਸ ਚੁੱਕਿਆ, ਦੋਨੋਂ ਪਾਸਿਓਂ ਨਮਸਕਾਰ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਤੇ ਗੁਰੂ ਰਾਮਦਾਸ ਮਹਾਰਾਜ ਜੀ ਮਿਲੇ। ਇਤਿਹਾਸ ਵਿੱਚ ਬਚਨ ਨੇ ਕਿ ਬੜੇ ਸਨਮਾਨ ਤੇ ਸਤਿਕਾਰ ਦੇ ਨਾਲ ਪਾਤਸ਼ਾਹ ਜੀ ਨੇ ਉੱਚੀ ਜਗ੍ਹਾ ਤੇ ਬਿਠਾਇਆ ਜੀ, ਤੇ ਬਚਨ ਬਿਲਾਸ ਆਰੰਭ ਹੋਏ। ਤੇ ਸੁਭਾਵਕ ਪੁੱਛਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ, ਕਹਿਣ ਲੱਗੇ ਕਿ ਬਾਬਾ ਸ੍ਰੀ ਚੰਦ ਸਾਹਿਬ ਜੀ ਸਾਨੂੰ ਹੁਕਮ ਲਾਉਂਦੇ ਅਸੀਂ ਆ ਜਾਂਦੇ, ਤੁਸੀਂ ਕਾਹਤੋਂ ਇੰਨੀ ਖੇਚਲ ਕੀਤੀ? ਕਹਿਣ ਲੱਗੇ ਬਸ ਮੌਜ ਆਈ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਾ ਸੀ। ਤੇ ਨਾਲ ਹੀ ਮਜ਼ਾਕੀਆ ਤੌਰ ਤੇ ਅੱਜ ਹਾਸ ਰਾਸ ਦੇ ਵਿੱਚ ਕਹਿਣ ਲੱਗ ਪਏ, ਕਹਿੰਦੇ ਰਾਮਦਾਸ ਸਤਿਗੁਰੂ ਜੀ ਆ ਇੰਨਾ ਲੰਬਾ ਦਾੜਾ ਕਾਸ ਵਾਸਤੇ ਵਧਾਇਆ ਹੋਇਆ? ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਬਾ ਦਾੜਾ ਸੀ ਜੀ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਮਜ਼ਾਕੀਆ ਪੁੱਛਦੇ ਨੇ, ਕਹਿੰਦੇ ਬੱਲੇ 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 ਬੱਲੇ, ਗੁਰੂ ਰਾਮਦਾਸ ਮਹਾਰਾਜ ਜੀ ਇੰਨਾ ਲੰਬਾ ਦਾੜਾ ਕਿਸ ਵਾਸਤੇ ਵਧਾਇਆ ਹੋਇਆ? ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਦੀ ਮੂਰਤ, ਸ਼ਾਂਤੀ ਦੇ ਪੁੰਜ, ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਦਾੜੇ ਨੂੰ ਹੱਥ ਵਿੱਚ ਲੈ ਕੇ ਨਾ ਜੀ ਹੇਠਾਂ ਝੁਕਦਿਆਂ ਹੋਇਆਂ ਕਹਿਣ ਲੱਗੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਨਿਮਰਤਾ ਦੇਖ ਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ ਸਨ। ਤੇ ਤਿੰਨਾਂ ਨੇ ਜੋ ਸੁਭਾਵਕ ਬਚਨ ਕਹੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਚੂੜਾਮਣੀ ਨੇ ਬੜਾ ਪਿਆਰਾ ਇਤਿਹਾਸ ਵਿੱਚ ਇਹ ਬਚਨ ਅੰਕਿਤ ਕੀਤੇ ਨੇ। ਕਹਿੰਦੇ ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ। ਕਹਿਣ ਲੱਗੇ ਕਿ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਗੁਰਿਆਈ ਦੀ ਦਾਤ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਲੈ ਗਏ। ਕਹਿੰਦੇ ਬੜੀ ਉਹਨਾਂ ਨੇ ਟਹਿਲ ਸੇਵਾ ਕਮਾਈ, ਪਰ ਕਹਿੰਦੇ ਤੁਹਾਡੇ ਅੰਦਰ ਜਿਹੜਾ ਪ੍ਰੇਮ ਬਹੁਤ ਵੱਡੀ ਤਾਦਾਦ ਵਿੱਚ ਹੈ। ਤੁਮਰੀ ਮਹਿਮਾ ਕਹਾਂ ਕਹੋਂ, ਤੁਮਰੀ ਮਹਿਮਾ ਅਦਕ ਹੈ ਕਹੋਂ ਕਹਾਂ ਬਨਾਏ। ਤੁਮਰੇ ਸਰ ਮੇ ਜੋ ਮੱਜੈ ਪਾਪੀ ਭੀ ਤਰ ਜਾਏ। ਕਹਿੰਦੇ ਤੁਹਾਡੀ ਮਹਿਮਾ ਕੀ ਬਣਾ ਕਰਕੇ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਕਹਿਣਾ ਕਰਾਂ, ਤੁਹਾਡੇ ਇਹਨਾਂ ਸਰੋਵਰਾਂ ਦੇ ਵਿੱਚ ਪਾਪੀ ਵੀ ਆ ਕੇ ਇਸ਼ਨਾਨ ਕਰੇਗਾ ਉਹ ਵੀ ਤਰ ਜਾਏਗਾ। ਤੇ ਮੈਂ ਬੇਨਤੀ ਕਰਨਾ ਚਾਹੁੰਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਨਮਾਨ ਤੇ ਸਤਿਕਾਰ ਕੀਤਾ। ਜਿਸ ਦਿਨ ਪਿਆਰਿਓ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਤਿਗੁਰੂ ਜੀ ਮਿਲੇ, ਉਹ ਦਿਨ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਸੁਭਾਵਕ ਕਿਹਾ ਸੀ ਕਿ ਕਿੰਨੇ ਪੁੱਤਰ? ਕਹਿਣ ਲੱਗੇ ਜੀ 5। ਤੇ ਕਹਿੰਦੇ ਸਾਡੇ ਵਾਸਤੇ ਕਿਹੜਾ? ਕਹਿੰਦੇ ਜਿਹੜਾ ਵੀ ਤੁਹਾਨੂੰ ਚਾਹੀਦਾ ਉਹ ਹੀ ਲੈ ਲਓ, ਸਾਰੇ ਤੁਹਾਡੇ ਹੀ ਨੇ। ਤੇ ਵੱਡੇ ਬਾਬਾ ਗੁਰਦਿੱਤਾ ਜੀ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਜੀ ਇਹ ਸਾਨੂੰ ਦੇ ਦਿਓ। ਕਹਿਣ ਲੱਗੇ ਜੀ 7 ਬਚਨ।
ਤੇ ਉਦਾਸੀ ਸੰਪਰਦਾ ਦੇ ਅੱਗੋਂ ਬਖਸ਼ਿਸ਼ ਜਿਹੜੀ ਸੀ, ਕਹਿੰਦੇ ਗੁਰਿਆਈ ਦੀ ਦਾਤ ਵੀ ਅੱਗੇ ਤੁਹਾਡੇ ਕੋਲ, ਤੇ ਉਦਾਸੀ ਸੰਪਰਦਾ ਦੀ ਇਹ ਵੀ ਵਡਿਆਈ ਬਾਬਾ ਗੁਰਦਿੱਤਾ ਜੀ ਦੀ ਝੋਲੀ ਪਾ ਰਹੇ ਹਾਂ। ਤੇ ਨਾਲ ਬਖਸ਼ਿਸ਼ ਦਿੱਤੀ ਸੀ, ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਉਹਨਾਂ ਤੋਂ ਅੱਗੇ 4 ਧੂਣੇ ਹੋਏ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦਾ ਬੜਾ ਵੱਡਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸੋ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਪਿਰ ਸਾਲਾਹੀ ਆਪਣਾ ਤਿਨ ਕਹਿ ਸਦ ਬਲਹਾਰਿਆ ਜਾਉ। ਜਿਹੜੇ ਮਾਲਕ ਨੂੰ ਸਲਾਉਂਦੇ ਨੇ, ਮਾਲਕ ਦੇ ਪਿਆਰ ਰੰਗ ਵਿੱਚ ਜੁੜਦੇ ਨੇ, ਮੈਂ ਉਹਨਾਂ ਤੋਂ ਬਲਹਾਰ ਸਦਕੇ ਤੇ ਕੁਰਬਾਨ ਜਾਣਾ। ਪਰ ਅੱਜ ਗੁਰੂ ਦੇ ਉਪਦੇਸ਼ ਨੂੰ ਜਪਣ ਵਾਲੇ, ਸੁਣਨ ਵਾਲੇ, ਅੱਜ ਅਸੀਂ ਪੜ੍ਹਨ ਵਾਲੇ ਧਿਆਨ ਦਈਏ ਕਿ ਗੁਰੂ ਮਾਲਕ ਦਾ ਹੁਕਮ ਹੈ ਕਿ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾ, ਨਰਕੇ ਘੋਰ ਪਚਨ। ਕਿਸੇ ਦੀ ਵੀ ਨਿੰਦਿਆ ਭਲੀ ਨਹੀਂ। ਤੇ ਅੱਜ ਤੇ ਪਿਆਰਿਓ ਅਸੀਂ ਗੁਰੂ ਕੇ ਪੁੱਤਰਾਂ ਦੀ ਨਿੰਦਿਆ ਕਰਨ ਵੀ ਤੁਲ ਪਏ ਹਾਂ। ਸਾਡਾ ਕਿੱਥੇ ਭਲਾ ਹੋ ਸਕਦਾ ਹੈ? ਜਿਸ ਗੁਰੂ ਸੁਪੁੱਤਰ ਦਾ ਸਤਿਕਾਰ ਤੇ ਸਨਮਾਨ ਅੱਗੋਂ ਗੁਰੂ ਸਰੂਪ ਕਰਦੇ ਰਹੇ ਨੇ, ਤੇ ਉਸ ਗੁਰੂ ਦੀ ਜੇ ਅਸੀਂ ਉਸ ਗੁਰੂ ਕੇ ਸੁਪੁੱਤਰ ਦੀ ਸੰਤਾਨ ਦੀ ਜੇ ਅਸੀਂ ਨਿੰਦਿਆ ਕਰਾਂਗੇ ਤੇ ਸਾਡਾ ਕਿੱਥੇ ਭਲਾ ਹੋ ਸਕਦਾ ਹੈ? ਮਾਲਕ ਕਿਰਪਾ ਕਰੇ, ਰਹਿਮਤ ਕਰੇ। ਜਿਹੜੇ ਲੋਕ ਨਿੰਦਿਆ ਕਰਦੇ ਨੇ ਨਾ ਜੀ, ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ ਸੀ ਨਾ ਕਿ ਕੋ ਕਹਿ ਭੂਤਨਾ, ਕੋਈ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿਸੇ ਨੇ ਮੈਨੂੰ ਕਿਹਾ ਸੀ ਇਹ ਭੂਤ ਹੈ, ਕਿਸੇ ਨੇ ਕਿਹਾ ਬੇਤਾਲਾ ਰਾਹ ਤੋਂ ਖੜਿਆ ਹੋਇਆ, ਕਿਸੇ ਨੇ ਕਿਹਾ ਕੁਰਾਈਆ, ਕਿਸੇ ਨੇ ਕਿਹਾ ਪਾਗਲ ਹੈ। ਤੇ ਸਾਹਿਬਾਂ ਨੂੰ ਕਈਆਂ ਨੇ ਪੱਥਰ ਵੀ ਮਾਰੇ, ਧੱਕੇ ਵੀ ਮਾਰੇ, ਪਰ ਗੁਰੂ ਮਾਲਕ ਨੇ ਇਹਨਾਂ ਜੀਵਾਂ ਦੇ ਬੋਲਾਂ ਦੀ ਪਰਵਾਹ ਨਹੀਂ ਕੀਤੀ। ਨਾਮ ਦਾ ਖਜ਼ਾਨਾ ਜਗਤ ਅੰਦਰ ਵੰਡਿਆ ਤੇ ਅੱਜ ਵੀ ਉਸੇ ਤਰ੍ਹਾਂ ਵੰਡਿਆ ਜਾ ਰਿਹਾ ਹੈ। ਤੇ ਜਿਨ੍ਹਾਂ ਲੋਕਾਂ ਦੀ ਪਿਆਰਿਓ ਗੁਰੂ ਬਾਬੇ ਦੇ ਅੱਗੇ ਨਹੀਂ ਨਾ ਕੋਈ ਚੱਲੀ, ਵੀ ਗੁਰੂ ਬਾਬੇ ਦੀ ਨਿੰਦਿਆ ਕਰਕੇ, ਕੋਈ ਆਪ ਜਸ ਕਰਕੇ ਸਹਿਤ ਉਹਨਾਂ ਦਾ ਜਸ ਘਟਾਇਆ ਜਾ ਸਕੇ, ਉਹ ਉਹੀ ਲੋਕ ਅੱਜ ਜਿਹੜੇ ਚਾਹੁੰਦੇ ਨੇ ਵੀ ਜੇ ਗੁਰੂ ਨਾਨਕ ਅੱਗੇ ਸਾਡੀ ਕੋਈ ਨਹੀਂ ਚੱਲੀ, ਚਲੋ ਗੁਰੂ ਕੇ ਪੁੱਤਰ ਦੀ ਨਿੰਦਿਆ ਕਰਨ ਲੱਗ ਜਾਏ, ਗੁਰੂ ਕੇ ਪੁੱਤਰ ਨੂੰ ਮਾੜਾ ਆਖੀਏ ਤੇ ਸਹਿਨ ਸਾਡੀ ਗੱਲ ਬਣ ਜਾਏ। ਨਹੀਂ ਪਿਆਰਿਓ, ਨਿੰਦਿਆ ਕਿਸੇ ਦੀ ਵੀ ਭਲੀ ਨਹੀਂ, ਕਿਸੇ ਦੀ ਵੀ ਚੰਗੀ ਨਹੀਂ। ਤੇ ਇਹ ਤਾਂ ਫਿਰ ਗੁਰੂ ਕੇ ਸੁਪੁੱਤਰ, ਗੁਰੂ ਕੀ ਸੰਤਾਨ ਹੈ। ਬੇਅੰਤ ਮਹਾਂਪੁਰਖਾਂ ਨੇ ਪਿਆਰਿਓ ਗੁਰਮਤ ਪ੍ਰਚਾਰ ਪ੍ਰਸਾਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਬਹੁਤ ਸਾਰੇ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਕੇ ਉਦਾਸੀ ਮਹਾਤਮਾ ਸਾਧੂਆਂ ਨੇ ਗੁਰਧਾਮ ਜਿਹੜੇ ਨੇ ਉਹਨਾਂ ਦੀ ਉਸਾਰੀ ਕਰਵਾਈ। ਤੇ ਅੱਜ ਸਿੱਖ ਸੰਗਤਾਂ ਅਸੀਂ ਗੁਰੂਦੁਆਰਿਆਂ ਵਿੱਚ ਬੈਠ ਕਰਕੇ ਮਾਲਕ ਦੀ ਕੀਰਤੀ ਕਰਦੇ ਹਾਂ। ਸੁਰੋ ਵਿਚਾਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਪਤੀ ਮਾਲਕ ਪਰਮਾਤਮਾ ਦੀ ਸੁਲਭਤਾ ਕਰਦੀਆਂ ਨੇ ਜੀਵ ਰੂਪੀ ਇਸਤਰੀਆਂ, ਮਾਲਕ ਦੇ ਪਿਆਰੇ ਗੁਰਮੁਖ ਸਖੀਆਂ ਸਹੇਲੀਆਂ, ਮੈਂ ਉਹਨਾਂ ਤੋਂ ਬਲਹਾਰ ਸਦਕੇ ਕੁਰਬਾਨ ਜਾਂਦਾ ਹਾਂ। ਮਨ ਤਨ ਅਰਪੀ ਸਿਰ ਦੇਈ, ਤਿਨ ਕੈ ਲਾਗਾ ਪਾਏ। ਕਹਿਣ ਲੱਗੇ ਮੈਂ ਆਪਣਾ ਮਨ ਵੀ, ਆਪਣਾ ਤਨ ਵੀ ਉਹਨਾਂ ਨੂੰ ਅਰਪਣ ਕਰਦਾ, ਆਪਣਾ ਸੀਸ ਵੀ ਉਹਨਾਂ ਨੂੰ ਭੇਟਾ ਕਰਦਾ। ਤਿੰਨ ਕੈ ਲਾਗਾਂ ਪਾਏ, ਉਹਨਾਂ ਦੇ ਮੈਂ ਚਰਨੀ ਲੱਗਦਾ। ਕਿੰਨਾ ਪਾਤਸ਼ਾਹ ਸਤਿਕਾਰ ਤੇ ਸਨਮਾਨ ਦਿੰਦੇ ਨੇ ਮਾਲਕ ਦੀ ਸੁਲਭਤਾ ਕਰਨ ਵਾਲਿਆਂ ਦੇ। ਮਾਲਕ ਦੇ ਨਾਲ ਜੋੜਨ ਵਾਲਾ ਕੋਈ ਵੀ ਹੋਵੇ, ਕਿਸੇ ਸੰਪਰਦਾ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਗੁਰੂ ਮਾਲਕ ਤੋਂ ਬਲਹਾਰ ਤੇ ਸਦਕੇ ਜਾਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਆਪ ਜੀ ਹੁਕਮਨਾਮੇ ਦੇ ਰੂਪ ਵਿੱਚ ਵੀ ਕਈ ਵਾਰੀ ਸਰਵਣ ਕੀਤਾ। ਪਾਤਸ਼ਾਹ ਕਹਿੰਦੇ ਕੋਈ ਜਨ ਹਰ ਸਿਉ ਦੇਵੈ ਜੋਰ। ਕਹਿੰਦੇ ਕੋਈ ਮੈਨੂੰ ਮਾਲਕ ਦਾ ਪਿਆਰਾ ਹਰੀ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ। ਹੁਣ ਇੱਥੇ ਇਹ ਨਹੀਂ ਕਿਹਾ ਕਿ ਕੋਈ ਗੁਰਸਿੱਖ ਹੋਵੇ ਉਹ ਮੈਨੂੰ ਮਾਲਕ ਦੇ ਚਰਨਾਂ ਨਾਲ ਜੋੜੇ, ਕੋਈ ਸਾਡਾ ਹਿੰਦੂ ਭਰਾ ਹੋਵੇ ਤੇ ਉਹ ਮੈਨੂੰ ਕੋਈ ਗੁਰੂ ਚਰਨਾਂ ਨਾਲ ਜੋੜੇ, ਕੋਈ ਮੁਸਲਮਾਨ ਹੋਵੇ ਜਾਂ ਕੋਈ ਈਸਾਈ ਹੋਵੇ, ਕੋਈ ਬੋਧੀ ਹੋਵੇ, ਕੋਈ ਜੈਨੀ ਹੋਵੇ, ਉਹ ਮੈਨੂੰ ਮਾਲਕ ਦੇ ਚਰਨਾਂ ਨਾਲ ਜੋੜੇ। ਨਹੀਂ, ਪਾਤਸ਼ਾਹ ਕਹਿੰਦੇ ਕੋਈ ਜਨ, ਕੋਈ ਮਾਲਕ ਦਾ ਸੇਵਕ, ਕੋਈ ਮਾਲਕ ਦਾ ਪਿਆਰਾ ਹਰ ਸਿਉ ਦੇਵੈ ਜੋਰ, ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਮੈਨੂੰ ਜੋੜ ਦੇਵੇ। ਚਰਨ ਗਹੋਂ ਬਕੋਂ ਸੁਭ ਰਸਨਾ, ਕਹਿੰਦੇ ਮੈਂ ਉਹਦੇ ਚਰਨ ਫੜਾਂ, ਮੁੱਠੀ ਚਾਪੀ ਕਰਾਂ, ਜੇਬਾਂ ਦੇ ਨਾਲ ਧੰਨਵਾਦ ਦੇ ਬਚਨ ਬੋਲਾਂ। ਚਰਨ ਗਹੋਂ ਬਕੋਂ ਸੁਭ ਰਸਨਾ, ਦੀਜਾਏ
ਪ੍ਰਾਣ ਅਕੋਰ, ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਵੀ ਉਹਨੂੰ ਅਰਪਣ ਕਰ ਦੇਵਾਂ ਜਿਹੜਾ ਮੈਨੂੰ ਮਾਲਕ ਦੇ ਚਰਨਾਂ ਨਾਲ ਜੋੜ ਦੇਵੇ। ਪਿਆਰਿਓ, ਬੇਨਤੀ ਧਿਆਨ ਵਿੱਚ ਰੱਖਿਓ, ਅਸੀਂ ਦਿੱਲੀ ਦੀ ਧਰਤੀ ਤੇ ਰਹਿਣ ਵਾਲੇ ਹਾਂ ਜਾਂ ਬਹੁਤ ਦੂਰ ਦਰਾਡਿਓਂ ਸਿੱਖ ਸੰਗਤਾਂ ਦੇਸਾਂ ਵਿਦੇਸਾਂ ਤੋਂ ਦਿੱਲੀ ਦੀ ਧਰਤੀ ਤੇ ਗੁਰਧਾਮਾਂ ਦੀ ਯਾਤਰਾ ਵਾਸਤੇ ਆਉਂਦੇ ਹਾਂ ਤੇ ਬੰਗਲਾ ਸਾਹਿਬ ਦੇ ਅਸਥਾਨ ਨੂੰ 4 ਚੁਫੇਰਿਓਂ ਰਸਤੇ ਆਉਂਦੇ ਨੇ ਜੀ। 4 ਚੁਫੇਰਿਓਂ ਜਿਹੜੇ ਰਸਤੇ ਆਉਂਦੇ ਨੇ, ਤੇ ਜੇ ਕੋਈ ਜੀਵ ਆ ਜਿਹਨੂੰ ਰਸਤੇ ਦਾ ਨਹੀਂ ਪਤਾ, ਉਹ ਕਿਤੇ ਚੌਂਕ ਦੇ ਵਿੱਚ ਖਲੋਤਾ ਹੋਇਆ ਦੇਖਦਾ ਮੈਂ ਕਿਹੜੇ ਪਾਸੇ ਜਾਵਾਂ, ਅੱਗੋਂ ਨੂੰ ਬੋਰਡ ਕੋਈ ਨਹੀਂ ਮਿਲਿਆ ਲਿਖਿਆ ਵੀ ਹੁਣ ਕਿਸ ਪਾਸੇ ਮੈਂ ਜਾਣਾ, ਉੱਥੇ ਕਿਸੇ ਜੀਵ ਨੂੰ ਖਲੋਤਿਆਂ ਦੇਖਿਆ ਤੇ ਉਹਨੂੰ ਪੁੱਛਦਾ ਹੈ, ਭਾਈ ਮੈਂ ਬੰਗਲਾ ਸਾਹਿਬ ਦੀ ਧਰਤੀ ਤੇ ਜਾਣਾ ਹੈ, ਕਿਹੜਾ ਰਸਤਾ ਜਾਏਗਾ ਜੀ? ਉਹਨੇ ਇਸ਼ਾਰੇ ਨਾਲ ਜਾਂ ਬੋਲ ਕੇ ਸਮਝਾਇਆ, ਭਾਈ ਇਸ ਰਸਤੇ ਚਲਾ ਜਾ, ਤੂੰ ਬੰਗਲਾ ਸਾਹਿਬ ਚਲੇ ਜਾਏਗਾ। ਹੁਣ ਪੁੱਛਣ ਵਾਲੇ ਜੀਵ ਨੇ ਇਹ ਨਹੀਂ ਦੇਖਿਆ ਕਿ ਮੈਂ ਸਿੱਖ ਹਾਂ ਤੇ ਸਿੱਖ ਦੇ ਕੋਲੋਂ ਰਸਤਾ ਪੁੱਛਾਂ ਗੁਰੂ ਦੇ ਘਰ ਦਾ। ਉਹਨੇ ਇਹ ਨਹੀਂ ਦੇਖਿਆ ਕਿ ਜਾਂ ਮੈਂ ਹਿੰਦੂ ਹਾਂ ਤੇ ਕਿਸੇ ਹਿੰਦੂ ਭਰਾ ਨੂੰ ਪੁੱਛਾਂ। ਉਹਨੇ ਇਹ ਨਹੀਂ ਦੇਖਿਆ ਕਿ ਮੈਂ ਮੁਸਲਮਾਨ ਹਾਂ ਤੇ ਮੁਸਲਮਾਨ ਭਰਾ ਨੂੰ ਪੁੱਛਾਂ ਮੈਂ ਇਸ ਰਸਤੇ ਤੇ ਜਾਣਾ। ਇਹ ਸੰਸਾਰ ਦੇ ਰਸਤੇ ਨੂੰ ਪੁੱਛਣ ਲੱਗਿਆ ਕੋਈ ਝਗੜਾ ਨਹੀਂ ਕਰਦੇ, ਕੋਈ ਸਾਡੇ ਅੰਦਰ ਝਗੜਾ ਨਹੀਂ। ਜਦੋਂ ਵੀ ਪਿਆਰਿਓ ਝਗੜਾ ਹੈ ਨਾ ਜੀ, ਉਹ ਮਾਲਕ ਦੇ ਘਰ ਦਾ ਝਗੜਾ ਰਸਤਾ ਪੁੱਛਣ ਲੱਗਿਆ ਹੁੰਦਾ ਹੈ ਕਿ ਮੈਂ ਸਿੱਖ ਹਾਂ ਤੇ ਸਿੱਖ ਨੂੰ ਪੁੱਛਣਾ ਹੈ, ਮੈਂ ਮੁਸਲਮਾਨ ਹਾਂ ਤੇ ਮੁਸਲਮਾਨ ਨੂੰ ਪੁੱਛਣਾ ਹੈ, ਮੈਂ ਹਿੰਦੂ ਹਾਂ ਤੇ ਹਿੰਦੂ ਨੂੰ ਪੁੱਛਣਾ। ਪਾਤਸ਼ਾਹ ਕਹਿੰਦੇ ਨਹੀਂ ਨਹੀਂ ਨਹੀਂ, ਇੱਥੇ ਜੇ ਤੂੰ ਮੁਸਲਮਾਨ ਦੀ ਗੱਲ ਕਰਦੇ ਤੇ ਬਾਬਾ ਫਰੀਦ ਸਾਹਿਬ ਜੀ ਬੈਠੇ ਨੇ, ਜੇ ਤੇ ਤੂੰ ਹਿੰਦੂਆਂ ਦੀ ਗੱਲ ਕਰਦੇ ਤੇ ਭਗਤ ਤਰਲੋਚਨ ਸਾਹਿਬ ਜੀ ਮਹਾਰਾਜ ਬੈਠੇ ਨੇ, ਜੇ ਤੂੰ ਪਿਆਰਿਓ ਇੱਥੇ ਕੇਵਲ ਇੱਕ ਜੱਟ ਜ਼ਿਮੀਂਦਾਰ ਦੀ ਗੱਲ ਕਰਦੇ ਤੇ ਭਗਤ ਧੰਨਾ ਸਾਹਿਬ ਜੀ ਬੈਠੇ ਨੇ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਬੈਠੇ ਨੇ, 15 ਭਗਤ ਸਾਹਿਬਾਨ ਬੈਠੇ ਨੇ, ਗੁਰ ਸਿੱਖ ਬੈਠੇ ਨੇ, ਭੱਟ ਸਾਹਿਬਾਨ ਜੀ ਬੈਠੇ ਨੇ। ਕਹਿੰਦੇ ਮਾਲਕ ਦਾ ਰਸਤਾ ਪੁੱਛਣ ਲੱਗਿਆ ਕਿਉਂ ਝਗੜਾ ਕਰਦਾ? ਇੱਥੇ ਵੀ ਭਾਵਨਾ ਬਣਾ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਬਕੋਂ ਸੁਭ ਰਸਨਾਮ, ਦੀਜੇ ਪ੍ਰਾਨ ਅਕੋ। ਜਿਹੜੇ ਵੀ ਨਾਮ ਜਪਣ ਵਾਲੇ ਨੇ, ਜਿਹੜੇ ਵੀ ਰੱਬ ਦੀ ਕੀਰਤੀ ਕਰਨ ਵਾਲੇ ਨੂੰ, ਉਹਨਾਂ ਦਾ ਸਨਮਾਨ ਕਰਨਾ ਚਾਹੀਦਾ। ਤੇ ਜਿਹੜੇ ਪਿਆਰਿਓ ਰੱਬ ਨਾਲੋਂ ਤੋੜਦੇ ਨੇ, ਜਿਹੜੇ ਤੁਹਾਨੂੰ ਗਲਤ ਰਸਤੇ ਪਾਉਂਦੇ ਨੇ, ਐਸੇ ਵੀ ਸੰਸਾਰ ਅੰਦਰ ਬੜੇ ਚੱਲ ਪਏ ਨੇ ਕੰਮ। ਵਾਹਿਗੁਰੂ ਕਿਰਪਾ ਕਰੇ ਉਹਨਾਂ ਨਕਲੀਆਂ ਤੋਂ ਸੁਚੇਤ ਹੋਈਏ। ਜਿਹੜੇ ਗਲਤ ਰਸਤੇ ਪਾਉਂਦੇ ਨੇ, ਤੁਹਾਨੂੰ ਗੁਰੂ ਨਾਲੋਂ ਤੋੜਦੇ ਨੇ, ਉਹਨਾਂ ਤੋਂ ਸੁਚੇਤ ਹੋਵੋ। ਪਾਤਸ਼ਾਹ ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਜ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਇਹੋ ਜਿਹੇ ਸਾਖਤਾਂ ਦੀ ਸੰਗਤ ਨਾ ਕਰੀਏ। ਪਰ ਜਿਹੜੇ ਨਾਮ ਜਪਣ ਵਾਲੇ ਨੇ, ਜਪਾਉਣ ਵਾਲੇ ਨੇ, ਉਹਨਾਂ ਤੋਂ ਬਲਿਹਾਰੇ ਤੇ ਸਦਕੇ ਜਾਣਾ ਚਾਹੀਦਾ। ਪਾਤਸ਼ਾਹ ਕਹਿੰਦੇ ਮੈਂ ਆਪਣਾ ਤਨ, ਆਪਣਾ ਮਨ, ਆਪਣਾ ਸਿਰ ਵੀ ਉਹਨਾਂ ਨੂੰ ਦੇਣਾ ਭੇਟਾ ਕਰਦਾ ਹਾਂ, ਉਹਨਾਂ ਦੇ ਚਰਨੀ ਲੱਗਦਾ ਹਾਂ। ਜਿਨੀ ਇੱਕ ਪਛਾਣਿਆ ਦੂਜਾ ਭਾਵ ਚੁਕਾਏ। ਜਿਨ੍ਹਾਂ ਨੇ ਇੱਕ ਨੂੰ ਪਛਾਣਿਆ, ਇੱਕ ਨਾਲ ਸਾਂਝ ਪਾ ਲਈ ਤੇ ਜੀਵਨ ਦੇ ਵਿੱਚੋਂ ਦੁਐਤ ਭਾਵਨਾ ਮੁਕਾ ਦਿੱਤੀ, ਦੂਜਾ ਪਿਆਰ ਖਤਮ ਕਰ ਦਿੱਤਾ, ਕੇਵਲ ਇੱਕ ਦਾ ਪਿਆਰ ਧਾਰਨ ਕੀਤਾ ਤੇ ਸਮੁੱਚੀ ਮਾਨਵਤਾ ਨੂੰ ਇੱਕ ਦੀ ਜੋਤ ਕਰਕੇ ਜਾਣਦੇ ਹਨ। ਗੁਰਮੁਖ ਨਾਮ ਪਛਾਣੀਐ, ਨਾਨਕ ਸੱਚ ਸਮਾਏ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਹੇ ਭਾਈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਈਏ। ਗੁਰੂ ਦੇ ਰਾਹੀਂ ਨਾਮ ਦੇ ਨਾਲ ਪਾਈ ਹੋਈ ਸਾਂਝ ਸੱਚ ਦੇ ਵਿੱਚ ਸਮਾ ਜਾਵਾਂਗੇ, ਇੱਕ ਦੇ ਵਿੱਚ ਲੀਨ ਹੋ ਜਾਵਾਂਗੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੇ ਦਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੋਂ ਸਦਾ ਨਾਮ ਦੀ ਦਾਤ ਮੰਗਦੇ ਰਹੀਏ। ਸਮੁੱਚੀਆਂ ਸੰਗਤਾਂ ਦਾ, ਇੱਥੋਂ ਦੀ ਸਮੁੱਚੀ ਮੈਨੇਜਮੈਂਟ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ। ਅੱਜ ਦਾਸ ਦੇ ਨਾਲ ਸੇਵਾ ਨਿਭਾ ਰਹੇ ਨੇ ਗਿਆਨੀ ਅਮਰਜੀਤ ਸਿੰਘ ਜੀ ਕਾਲੋਂ। ਸੋ ਉਹ ਵੀ ਮੌਕੇ ਤੇ ਹੀ ਕਹਿਣ ਲੱਗੇ, ਗਿਆਨੀ ਜੀ ਦਾਸ ਸੇਵਾ ਨਾਲ ਨਿਭਾਏ। ਮੈਂ ਕਿਹਾ ਜੀਵ ਆਇਆਂ ਨੂੰ, ਆਓ ਜੀ, ਗੁਰੂ ਮਾਲਕ ਦੇ ਘਰ ਦੀਆਂ ਖੁਸ਼ੀਆਂ ਮਿਲ ਕਰਕੇ ਲੈਂਦੇ ਆ, ਉਹਨਾਂ ਦਾ ਵੀ ਧੰਨਵਾਦ ਹੈ। ਆਓ 2 ਮਿੰਟ ਸਾਰੇ ਮਿਲ ਕਰਕੇ ਹਾਜ਼ਰੀ ਲਵਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਮਿਲ ਕਰਕੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰ ਤੋਂ ਦਾਤ ਮੰਗੀਏ ਜੀ। ਵਿਸਰ ਨਾਹੀਂ ਦਾਤਾਰ
ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ। ਵਾਹਿਗੁਰੂ 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 ਵਾਹਿਗੁਰੂ। ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ। ਸਤਿਗੁਰੂ ਜੀ ਰਹਿਮਤ ਕਰਨ, ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ। ਸਤਿਕਾਰਯੋਗ ਚੜ੍ਹਦੀ ਕਲਾ ਵਾਲੇ ਟਾਈਮ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਓ ਅਖੀਰਲੀਆਂ ਪਾਵਨ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।